ये बाणी महापुरख के निज घर वासा होए, जिथे जाए बहे मेरा सतगुरु, सो थान सुहावा राम राजे। गुर सिੱਖੀ सो थान भालिया, लै धूर मुख लावा। गुर सिੱਖਾਂ की घाल थाए पई, जिन हर नाम ध्यावा। जन नानक सतगुर पूजिया, तिन हर पूज करावा। धरन गगन नव खंड मैं, जोत स्वरूपी रहो पर। पन मथुरा कछ भेद नहीं, गुर अर्जन परतख हर। धन धन सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਹਿਨशाह ਦੇ ਸ਼ਹਿਨशाह, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ। ਜਿਸ ਪਾਸ ਬੈਠਿਆ ਸੋਈ ਹੈ, ਸਭਨਾ ਦਾ ਵੇਸਾਹ। ਗੁਰੂ ਕੀ ਪਿਆਰੀ ਸਾਧ ਸੰਗਤ, ਆਪ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਕੇ, ਹਾਜ਼ਰੀਆਂ ਭਰ ਕੇ ਸੇਵਕ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਮਾਂ ਸਫਲ ਕਰ ਰਹੇ ਹੋ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਆਪਦੇ ਚਰਨਾਂ ਦਾ ਪ੍ਰੇਮ ਗੁਰਸਿੱਖੀ ਜੀਵਨ ਬਖਸ਼ਣ, ਸੋ ਮਨੋਕਾਮਨਾ ਪੂਰਨ ਕਰਨ। ਜੋ ਹੁਕਮ ਹੋਇਆ ਹੈ ਪਰਿਵਾਰ ਵੱਲੋਂ, ਗੁਰੂ ਕੀ ਸਾਧ ਸੰਗਤ, ਸਤਿਗੁਰੂ ਸਾਹਿਬ ਜੀ ਨੇ ਜੋ ਪਵਿੱਤਰ ਆਪ ਜੀ ਦਾ ਇਲਾਹੀ ਜੋ ਫਰਮਾਨ ਬਖਸ਼ਿਸ਼ ਕੀਤਾ ਹੈ ਸੇਵਕ ਪਰਿਵਾਰ ਤੇ ਆਈ ਸੰਗਤ ਨੂੰ, ਸੋ ਇਸ ਵਾਸਤੇ ਹਾਜ਼ਰੀ ਲਵਾਉਣ ਲਈ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਬੇਨਤੀ ਪ੍ਰਵਾਨ ਕਰਨੇ ਕਿ ਇਸ ਗੁਰਬਾਣੀ ਅਨੁਸਾਰ ਪੜ੍ਹਨ ਸੁਣਨ ਦਾ, ਇਹਦੇ ਅਨੁਸਾਰ ਜੀਵਨ ਬਣਾਉਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਇਸ ਬਾਣੀ ਦੇ ਸੰਪਾਦਕ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜੋ ਇਹ ਫਰਮਾਨ ਕੀਤਾ ਹੈ, ਪਰਉਪਕਾਰ ਕੀਤਾ ਹੈ ਸੇਵਕਾਂ ਤੇ ਗੁਰੂ ਕੀ ਸਾਧ ਸੰਗਤ, ਮਹਾਰਾਜ ਜੀ ਨੇ ਟੋਡੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕਰਕੇ ਪਰਉਪਕਾਰ ਕੀਤਾ ਹੈ। ਆਪ ਜਾਣਦੇ ਹੋ ਭਲੀ ਪ੍ਰਕਾਰ, ਕਿਉਂਕਿ ਗੁਰਬਾਣੀ ਵਿੱਚ ਰਾਗ ਰਾਗਣੀਆਂ ਉਹਨਾਂ ਦੇ ਪਰਿਵਾਰ ਪੁੱਤਰਾਂ ਦਾ ਜ਼ਿਕਰ ਕੀਤਾ ਗਿਆ ਹੈ। ਰਾਗ ਮਾਲਾ ਅਨੁਸਾਰ ਸਾਰਿਆਂ ਦਾ ਜ਼ਿਕਰ ਵੇਰਵੇ ਨਾਲ ਸਤਿਗੁਰਾਂ ਬਖਸ਼ਿਸ਼ ਕੀਤਾ ਹੈ, ਪਰ ਜਦੋਂ ਗੁਰਬਾਣੀ ਉਚਾਰਨ ਕੀਤੀ ਹੈ ਸਾਰਿਆਂ ਨੂੰ ਇੱਕ ਸਮਾਨਤਾ ਬਖਸ਼ਦੇ ਹੋਏ ਮਹਾਰਾਜ ਰਾਗ ਕਰਕੇ ਹੀ ਉਚਾਰਨਾ ਕੀਤਾ ਹੈ। ਇਸ ਪ੍ਰਕਾਰ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਜੋ ਇੱਥੇ ਕਿਰਪਾ ਕੀਤੀ ਹੈ, ਸਭ ਤੋਂ ਵੱਡਾ ਸਾਡੇ ਵਾਸਤੇ ਇਹ ਫਰਜ਼ ਹੈ ਗੁਰੂ ਕਾ ਹੁਕਮ ਮੰਨਣ ਦਾ ਕਿ ਭਾਈ ਸਤਿਗੁਰਾਂ ਦਾ ਫਰਮਾਨ ਹੈ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ, ਦਰਗਾਹ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕਈ ਕੇ। ਸੋ ਗੁਰੂ ਪਿਆਰੀ ਸਾਧ ਸੰਗਤ, ਜੋ ਮਹਾਰਾਜ ਜੀ ਕਿਰਪਾ ਕਰਦੇ ਹਨ, ਆਓ ਇਸ ਦੇ ਨਾਲ ਜੁੜਨ ਵਾਸਤੇ ਯਤਨ ਕਰੀਏ। ਉਚਾਰਨ ਕਰਨਾ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਸਤਿਗੁਰੂ ਜੀ ਟੋਡੀ ਰਾਗ ਦੇ ਵਿੱਚ ਜੋ ਕਿਰਪਾ ਕਰ ਰਹੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਹੜੀ ਰਸਨਾ ਇਹਨੂੰ ਕਿਉਂ ਕਿਹਾ ਗਿਆ ਹੈ, ਇਸ ਦੇ ਕਈ ਨਾਮ ਹਨ, ਜ਼ਬਾਨ, ਜੀਭਾ, ਹੋਰ ਵੀ ਕਈ ਨਾਂ ਗੁਰਬਾਣੀ ਅਨੁਸਾਰ ਵੀ ਆਉਂਦੇ ਹਨ, ਪਰ ਇਹ ਰਸਾਂ ਦੀ ਖਾਸ ਕਰਕੇ ਇਹਦੇ ਅੰਦਰ ਖਾਸ਼ ਹੁੰਦੀ ਹੈ ਕਿ ਮੈਨੂੰ ਚੰਗੇ ਰਸ ਪ੍ਰਾਪਤ ਹੋ ਜਾਣ।
ਭਾਈ ਗੁਰਦਾਸ ਜੀ ਨੇ ਆਪ ਜੀ ਦੀ ਪਵਿੱਤਰ ਬਾਣੀ ਵਿੱਚ ਦੱਸਣਾ ਕੀਤਾ ਹੈ, ਦ੍ਰਿਗਨ ਮੈਂ ਦੇਖਤ ਹੋ ਦ੍ਰਿਗਹੁ ਜੋ ਦੇਖੋ ਚਾਹੇ ਪਰਮ ਅਨੂਪ ਰੂਪ ਸੁੰਦਰ ਦਿਖਾਈਐ। ਸਰਵਣ ਮੈਂ ਸੁਨਤ ਜੋ ਸਰਵਣ ਹੋ ਸੁਨੇ ਚਾਹੇ ਅਨਹਦ ਸ਼ਬਦ ਪ੍ਰਸੰਨ ਹੋਏ ਸੁਨਾਈਐ। ਰਸਨਾ ਮੈਂ ਰੜਤ ਜੋ ਰਸਨਾ ਹੋ ਰਸੇ ਚਾਹੇ ਪਰਮ ਰਸ ਅੰਮ੍ਰਿਤ ਚੁਆਏ ਕੇ ਚਖਾਈਐ। ਮਨ ਮੈਂ ਬਸੋ ਮਲ ਮਾਇਆ ਕੀਜੇ ਮਹਾਰਾਜ ਧਾਵਤ ਵਰਜ ਓਨ ਮਨ ਲਿਵ ਲਾਈਏ। ਭਾਈ ਗੁਰਦਾਸ ਜੀ ਕਥਨ ਕਰਦੇ, ਹੈ ਪਰਮੇਸ਼ਰ, ਹੈ ਸਤਿਗੁਰੂ ਜੀ, ਤੁਸੀਂ ਜਾਣਦੇ ਹੋ ਅਸੀਂ ਭਾਵੇਂ ਬਾਹਰੋਂ ਕੁਝ ਵੀ ਆਪਣੀਆਂ ਗੱਲਾਂ ਸਾਫ਼ ਸਫਾਈ ਨਾਲ ਦੱਸਦੇ ਹਾਂ, ਪਰ ਆਪ ਜਾਣਦੇ ਹੋ ਸਾਡੇ ਨੇਤਰ ਕੀ ਵੇਖਣਾ ਚਾਹੁੰਦੇ ਹਨ। ਪਰਾਇਆ ਧਨ, ਪਰਾਇਆ ਰੂਪ, ਪਰਾਈ ਹੋਰ ਵਸਤੂ ਵੇਖਦੇ ਹਨ ਹੋਰ ਅਨੁਸਾਰ, ਇਹਦੇ ਅਨੁਸਾਰ ਜੋ ਇਹਦੀ ਵਿਚਾਰ ਜਿਹੜੀ ਹੈ ਆਪਣੇ ਰਸਨਾ ਦੀ, ਨੇਤਰਾਂ ਦੀ ਆਪ ਜਾਣਦੇ ਹੋ। ਸਾਡੀਆਂ ਅੱਖਾਂ ਜੋ ਵੇਖਣੀਆਂ ਚਾਹੁੰਦੀਆਂ ਹਨ, ਕਿਰਪਾ ਕਰ ਤੇਰੇ ਪਿੱਤਰ ਦਰਸ਼ਨ ਹੁੰਦੇ ਰਹਿਣ, ਤੇਰੀ ਸੰਗਤ ਤੇ ਤੇਰੇ ਗੁਰਮੁਖਾਂ ਪਿਆਰਿਆਂ ਦੇ ਦਰਸ਼ਨ ਹੁੰਦੇ ਰਹਿਣ। ਜਿਵੇਂ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਅਰਦਾਸ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਮੰਗ ਮੰਗੀ ਜਾਂਦੀ ਸਤਿਗੁਰੂ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਤੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣ। ਇਸ ਪ੍ਰਕਾਰ ਭਾਈ ਸਾਹਿਬ ਜੀ ਕਥਨ ਕਰਦੇ, ਮਹਾਰਾਜ ਆਪ ਜਾਣਦੇ ਹੋ ਸਾਡੇ ਸਰਵਣ, ਸਾਡੇ ਕੰਨ ਕੀ ਸੁਣਨਾ ਚਾਹੁੰਦੇ ਹਨ। ਚੁਗਲੀ, ਨਿੰਦਿਆ, ਕਈ ਤਰ੍ਹਾਂ ਦੀਆਂ ਹੋਰ ਫਿੱਕੀਆਂ ਗੱਲਾਂ ਇਹ ਸੁਣ ਕੇ ਪ੍ਰਸੰਨ ਹੁੰਦੇ ਹਨ, ਪਰ ਆਪ ਐਸੀ ਕਿਰਪਾ ਕਰੋ ਤੁਹਾਡਾ ਨਾਮ ਸਾਡੇ ਸਰਵਣਾ ਸਾਨੇ ਕੰਨਾਂ ਦੇ ਵਿੱਚ ਪੈਂਦਾ ਰਵੇ। ਹੋਰ ਕੋਈ ਭੈੜੀ ਗੱਲ ਜਿਹੜੀ ਹੈ ਮਨ ਨੂੰ ਵਿਕਾਰਾਂ ਵੱਲੇ ਲਿਆਉਣ ਵਾਲੀ, ਉਹਦੇ ਤੋਂ ਰੋਕ ਕੇ ਰੱਖੋ। ਇਸੇ ਪ੍ਰਕਾਰ ਸਾਡੀ ਰਸਨਾ ਨੂੰ ਤੁਸੀਂ ਜਾਣਦੇ ਹੋ, ਕਈ ਤਰ੍ਹਾਂ ਦੇ ਰਸ ਚਖਣਾ ਚਾਹੁੰਦੀ ਹੈ, ਖਾਂਦੀ ਜੀਭ ਨਾ ਰੱਜੀਆ ਕਰ ਭੋਗ ਬਲਾਸੇ, ਅੱਖੀਂ ਦੇਖ ਨਾ ਰੱਜੀਆਂ। ਭਾਈ ਗੁਰਦਾਸ ਜੀ ਕਹਿੰਦੇ, ਬਹੁ ਰੰਗ ਤਮਾਸ਼ੇ ਦੁਨੀਆ ਦੇ ਵੇਖ ਕਰਕੇ ਅੱਖਾਂ ਨਹੀਂ ਰੱਜਦੀਆਂ, ਨੱਕ ਆਪਣੀ ਸਵਾਸ ਗੰਧੀਆਂ ਲੈਂਦਾ ਰੱਜਦਾ ਨਹੀਂ। ਪਰ ਮਹਾਰਾਜ ਤੋਂ ਕਿਰਪਾ ਕਰ, ਸਭ ਤੋਂ ਵੱਡੀ ਇੱਕੋ ਮੰਗ ਹੈ ਕਿ ਜਿਹੜਾ ਸਾਡਾ ਹਿਰਦਾ ਹੈ ਆਪਣੇ ਮਿਹਰ ਕਰਕੇ, ਤਰਸ ਕਰਕੇ ਸੇਵਕਾਂ ਤੇ ਹਿਰਦੇ ਵਿੱਚ ਆਪਣਾ ਵਾਸਾ ਕਰ ਲਓ, ਤੇਰਾ ਨਾਮ ਵਸਿਆ ਰਵੇ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਇਸ ਕਰਕੇ ਮਹਾਰਾਜ ਹਿਰਦੇ ਦੇ ਵਿੱਚ, ਰਸਨਾ ਦੇ ਵਿੱਚ ਤੇਰਾ ਵਾਸਾ ਹੋ ਜਾਵੇ ਤੇ ਆਪਣੇ ਆਪ ਬਾਕੀ ਇੰਦਰੀਆਂ ਵੀ ਜਿਹੜੀਆਂ ਸ਼ੁਭ ਰਸਤੇ ਚੱਲ ਸਕਦੀਆਂ ਹਨ। ਕਿਉਂਕਿ ਵੱਡੀ ਗੱਲ ਮਨ ਦੀ ਹੈ। ਮਨ ਮਾਰਨ ਕਾਰਨ ਬਣ ਜਾਈਏ, ਸੋ ਜਲ ਬਿਨ ਭਗਵੰਤ ਨਾ ਪਾਈਏ। ਇਸ ਕਾਰਨ ਇਹ ਮਨ ਨੂੰ ਇਹ ਵਸ ਕਰਨ ਦੀ ਸਾਡੇ ਵਸ ਦੀ ਗੱਲ ਨਹੀਂ। ਤੇ ਸਤਿਗੁਰੂ ਜੀ ਕਥਨ ਕਰਦੇ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਸੇ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ, ਹੈ ਭਾਈ ਜੇ ਤੁਸੀਂ ਪਰਮੇਸ਼ਰ ਦੇ ਨਾਲ ਪ੍ਰੇਮ ਕਰਨਾ ਚਾਹੁੰਦੇ ਹੋ, ਗੁਰੂ ਕੇ ਆਗਿਆਕਾਰੀ ਸਿੱਖ ਬਣਨਾ ਚਾਹੁੰਦੇ ਹੋ, ਤੇ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਰਸਨਾ ਦੇ ਨਾਲ ਜਪਣਾ ਕਰੀਏ। ਰਸਨਾ ਗੁਣ ਗੋਪਾਲ ਨਿਧ ਗੈਣ, ਰਸਨਾ ਜਿਹੜੀ ਰਸਾਂ ਦਾ ਘਰ ਹੈ, ਰਸ ਚਾਹੁੰਦੀ ਹੈ ਹਮੇਸ਼ਾ ਹੀ। ਤੇ ਉਹ ਗੋਪਾਲ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਐਸਾ ਪਰਮੇਸ਼ਰ ਅਕਾਲ ਪੁਰਖ ਜਿਹਦੇ ਵਰਗਾ ਹੋਰ ਕੋਈ ਨਹੀਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਹੜਾ ਇੱਕੋ ਹੀ ਉਹਦੇ ਵਰਗਾ ਹੋਰ ਕੋਈ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਗੁਣ ਗੋਪਾਲ ਨਿਧ ਗੈਣ, ਉਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ। ਤੇ ਕਹਿੰਦੇ ਉਹਨੂੰ ਗੈਣ ਤੋਂ ਭਾਵ ਗਾਉਣ ਦਾ ਤਾਂ ਕਰਕੇ ਜ਼ਿਕਰ ਸਤਿਗੁਰਾਂ ਦੱਸਿਆ ਹੈ ਕਿ ਭਾਈ ਗੱਲਾਂ ਬਾਤਾਂ ਕਰਦਿਆਂ ਵੀ ਮਨ ਸਾਡਾ ਕਈ ਪਾਸੇ ਚਲਿਆ ਜਾਂਦਾ ਹੈ, ਪਰ ਗਾਉਣ ਦਾ ਇੱਕ ਐਸਾ ਵੱਖਰਾ ਢੰਗ ਹੈ, ਕਿਉਂਕਿ ਗਾਉਣ ਵਾਲੇ ਦੀ ਜੇ ਵਿੱਚ ਬਿਰਤੀ ਨਾ ਹੋਵੇਗੀ, ਧਿਆਨ ਨਾ ਹੋਵੇਗਾ, ਤੇ ਉਹ ਸੁਰ ਤਾਲ ਉਖੜ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਗਾਵਿਆ ਤਾਂ ਜਾਂਦਾ ਹੈ ਜੇ ਉਹਦੇ ਵਿੱਚ ਕੁਝ ਧਿਆਨ ਹੋਵੇਗਾ। ਤੇ ਇਸ ਕਰਕੇ ਸ਼ਬਦ ਸੁਰਤ ਦਾ ਜਿੱਥੇ ਮੇਲ ਹੋ ਜਾਵੇ, ਉਹ ਗੱਲ ਜਿਹੜੀ ਲੇਖੇ ਵਿੱਚ ਆ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਹਨ, ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਇਸ ਕਰਕੇ ਜਿਹੜਾ ਪ੍ਰੇਮ ਦੇ ਨਾਲ ਉਹਨੂੰ ਯਾਦ ਕਰਦਾ ਹੈ, ਸਤਿਕਾਰ ਦੇ ਨਾਲ ਉਹਦੇ ਗੀਤ ਗਾਉਂਦਾ ਹੈ, ਗਾਇਆ ਤਾਂ ਹੀ ਜਾਂਦਾ ਹੈ ਜੇ ਮਨ ਕੁਝ ਉਹਦੇ ਨਾਲ ਜੁੜਿਆ ਹੋਵੇ। ਮਹਾਰਾਜ ਜੀ ਕਹਿੰਦੇ, ਐਸੇ ਪ੍ਰੇਮ ਦੇ ਨਾਲ ਜਿਹੜਾ ਯਾਦ ਕਰੇਗਾ ਤੇ ਉਹਨੂੰ ਜ਼ਰੂਰ ਕੋਈ ਨਾ ਕੋਈ ਪ੍ਰਾਪਤ ਹੋ ਜਾਂਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਮਹਾਰਾਜ ਜੀ ਕਥਨ ਕਰਦੇ ਹਨ ਕਿ ਸ਼ਾਂਤੀ ਜਿਹੜੀ ਹੈ ਇਹ ਬੜੀ ਔਖੀ ਪ੍ਰਾਪਤ ਹੁੰਦੀ ਹੈ।
ਕਹਿਣ ਨੂੰ ਸਾਰੇ ਕਹਿ ਦਿੰਦੇ ਹਨ ਕਿ ਫਲਾਣੇ ਵਿੱਚ ਕਾਹਲੀ ਬੜੀ ਹੈ। ਆਮ ਵੇਖਿਆ ਜਾਵੇ ਟ੍ਰੈਫਿਕ ਦਾ ਆਵਾਜਾਈ ਦਾ ਹਿਸਾਬ ਲਾ ਲਈਏ ਤੇ ਕੁਦਰਤੀ ਜਿੱਥੇ ਰੁਕਾਵਟ ਪੈ ਜਾਵੇ, ਕੋਈ ਰੇਲ ਗੱਡੀ ਦੇ ਆਉਣ ਦਾ ਸਮਾਂ ਹੋਵੇ, ਟ੍ਰੇਨ ਦਾ, ਤੇ ਉੱਥੇ ਬੜੇ ਮਜਬੂਰੀ ਦੇ ਨਾਲ ਲੋਕਾਂ ਨੂੰ ਰੁਕਣਾ ਪੈਂਦਾ ਹੈ। ਤੇ ਜਦੋਂ ਖੁੱਲ੍ਹਣ ਦਾ ਟਾਈਮ ਹੁੰਦਾ ਇੱਕਦਮ ਧੱਕੋ ਧੱਕੀ ਹੋ ਜਾਂਦੀ ਹੈ। ਭਾਵੇਂ ਕਿਸੇ ਦਾ ਨੁਕਸਾਨ ਵੀ ਹੋ ਜਾਵੇ ਉਦੋਂ ਸ਼ਾਂਤੀ ਨਹੀਂ ਹੁੰਦੀ। ਇਸੇ ਪ੍ਰਕਾਰ ਹੋਰ ਵੀ ਕਈ ਤਰ੍ਹਾਂ ਦਾ ਕੋਈ ਵੱਧ ਘੱਟ ਕਿਸੇ ਦਾ ਬਚਨ ਜਰਨਾ ਬੜਾ ਮੁਸ਼ਕਿਲ ਹੈ। ਤੇ ਸਤਿਗੁਰੂ ਜੀ ਕਹਿੰਦੇ ਸ਼ਾਂਤੀ ਕਦੋਂ ਆਉਣੀ ਹੈ? ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਜਦੋਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸ਼ਰਧਾ ਦੇ ਨਾਲ ਜਪਿਆ ਜਾਵੇ ਗੁਰੂ ਕੀ ਦੱਸੀ ਹੋਈ ਵਿਧੀ ਅਨੁਸਾਰ, ਤੇ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਇਹ ਫਿਰ ਕਾਲ ਕਲਪਨਾ ਜਿਹੜੀ ਹੈ ਜੀਵ ਦੀ ਸਦਾ ਵਾਸਤੇ ਉਹ ਤਾਂ ਮਿਟਦੀ ਹੈ, ਸ਼ਾਂਤ ਮਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਜਿਹੜਾ ਬ੍ਰਹਮ ਦੇ ਨਾਲ ਸਦਾ ਜੁੜਿਆ ਰਹਿੰਦਾ ਹੈ ਤੇ ਉਹਦੇ ਅੰਦਰ ਫਿਰ ਅੰਮ੍ਰਿਤ ਵਰਸਦਾ ਹੈ। ਅੰਮ੍ਰਿਤ ਦੇ ਕਾਰਨ ਉਹ ਜਿਹੜਾ ਹਿਰਦਾ ਕਵਲ ਪੁੱਠਾ ਹੋਇਆ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਊਂਦੇ ਕਵਲ ਦਿਸਨ ਖਰੇ ਕਰੂਪ। ਜਿਹਦਾ ਹਿਰਦਾ ਕਵਲ ਜਿੰਨਾ ਚਿਰ ਸਾਡਾ ਪੁੱਠਾ ਹੈ, ਸਾਨੂੰ ਅਸਲ ਗੱਲ ਜਿਹੜੀ ਉਹ ਗਲਤ ਲੱਗਦੀ ਹੈ ਤੇ ਜਿਹੜੀ ਗਲਤ ਗੱਲ ਹੈ ਉਹਨੂੰ ਸਹੀ ਸਮਝਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਦੀ ਕਿਰਪਾ ਹੋ ਜਾਵੇ ਉਹ ਹਿਰਦਾ ਕਵਲ ਸਿੱਧਾ ਹੋ ਜਾਂਦਾ ਹੈ, ਉਹਦੇ ਵਿੱਚ ਫਿਰ ਅੰਮ੍ਰਿਤ ਟਿਕਦਾ ਹੈ ਤੇ ਤਾਂ ਉਹ ਜੀਵ ਜਿਹੜਾ ਸਦਾ ਪ੍ਰਸੰਨ ਰਹਿੰਦਾ ਹੈ। ਫਿਰ ਸਤਿਗੁਰਾਂ ਉਹੀ ਅਵਸਥਾ ਦੱਸੀ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਉਹ ਹਿਰਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸ਼ਾਂਤ ਸਹਿਜ, ਸਹਿਜ ਅਵਸਥਾ ਜਿਹੜੀ ਸ਼ਾਂਤੀ ਵਾਲੀ, ਵਿਵੇਕ ਵਾਲੀ। ਵਿਵੇਕ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਦੁਬਿਧਾ ਨਾ ਹੋਵੇ। ਜਿੰਨਾ ਚਿਰ ਸਾਡੇ ਅੰਦਰ ਦੁਬਿਧਾ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਚਿਰ ਜਮਾ ਦੀ ਸਜ਼ਾ ਤੋਂ ਜੀਵ ਬਚ ਨਹੀਂ ਸਕਦਾ। ਤੇ ਜਦੋਂ ਇਹਨੂੰ ਸਾਰਿਆਂ ਵਿੱਚ ਇੱਕ ਦਾ ਰੂਪ ਦਿਸਣ ਲੱਗ ਪਵੇ, ਜੈ ਦੇਖਾ ਜੈ ਜੈ ਦੇਖਾ ਤੈ ਰੂਪ, ਪਰਮੇਸ਼ਰ ਤੇਰਾ ਹੀ ਦਿਸੇ। ਇਸ ਕਰਕੇ ਜੈ ਜੈ ਪੇਖੋ ਤੈ ਹਜੂਰ ਦੂਰ ਕਤੋ ਨਾ ਜਾਈ। ਹਰ ਥਾਂ ਤੇ ਫਿਰ ਆਪਣੇ ਮਾਲਕ ਨੂੰ ਵੇਖਦਾ ਹੈ ਜਿਹਦਾ ਕਿਸੇ ਨੂੰ ਪਤਾ ਨਹੀਂ ਉਹ ਕਿੱਡੇ ਕੱਦ ਵਾਲਾ ਹੈ, ਕਿਹੜਾ ਉਹਦਾ ਰੰਗ ਹੈ, ਕਿੰਨੀ ਉਮਰ ਦਾ ਹੈ। ਪਰਮੇਸ਼ਰ ਬਾਰੇ ਕੋਈ ਵਾਅਦੇ ਨਾਲ ਕਹਿ ਨਹੀਂ ਸਕਦਾ, ਉਹਦਾ ਅੰਤ ਨਹੀਂ ਪਾ ਸਕਦਾ। ਪਰ ਜਦੋਂ ਗੁਰੂ ਕਿਰਪਾ ਕਰ ਦੇਵੇ, ਇਹਦੀ ਪ੍ਰਤੀਤ ਤੇ ਪ੍ਰਸੰਨ ਹੋ ਕੇ ਜੀਵ ਤੇ ਮਿਹਰ ਕਰੇ, ਤਾਂ ਹਰ ਥਾਂ ਤੇ ਜਰੇ ਜਰੇ ਵਿੱਚ ਉਹ ਪਰਮੇਸ਼ਰ ਫਿਰ ਦਿਸਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸ਼ਾਂਤ ਸਹਿਜ ਰਹੱਸਮਨ ਉਪਜੋ। ਰਹਿਸ ਕਹਿੰਦੇ ਹਨ ਬੜਾ ਆਨੰਦ ਬਣ ਜਾਂਦਾ, ਰਹੱਸਮਈ ਜੀਵਨ ਬਣ ਜਾਂਦਾ ਹੈ। ਤੇ ਦੁੱਖ ਜਿਹੜੇ ਸਾਰੇ ਹਨ ਉਹ ਦੂਰ ਹੋ ਜਾਂਦੇ। ਕਦੋਂ? ਸਤਿਗੁਰੂ ਜੀ ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਾਣੀ ਦੇ ਨਾਲ, ਨਾਮ ਦੇ ਨਾਲ ਦੁੱਖ ਬਾਹਰ ਨਿਕਲ ਜਾਂਦੇ ਤੇ ਸੁੱਖ ਘਰ ਆ ਕੇ ਵਸ ਜਾਂਦੇ ਹਨ। ਘਰ ਦੇ ਵਿੱਚ, ਸਰੀਰਾਂ ਵਿੱਚ, ਮਨ ਵਿੱਚ ਸੁੱਖ ਆ ਗਿਆ। ਤੇ ਸਤਿਗੁਰਾਂ ਕਿਹਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਉਹ ਅਵਸਥਾ ਫਿਰ ਪ੍ਰਾਪਤ ਹੁੰਦੀ ਹੈ। ਰਹਾਉ ਦਾ ਭਾਵ ਸ਼ਬਦ ਦਾ ਕੇਂਦਰੀ ਭਾਵ, ਮੁੱਖ ਭਾਵ ਜਿਹੜਾ ਹੈ, ਇਹਨਾਂ ਤੁਕਾਂ ਵਿੱਚ ਦਰਸਾ ਕੇ ਸਤਿਗੁਰੂ ਜੀ ਨਾਲ ਏਕੇ ਦਾ ਇਸ਼ਾਰਾ ਕੀਤਾ ਹੈ। ਏਕੇ ਤੋਂ ਭਾਵ ਕਿ ਇੱਕ ਦੇ ਨਾਮ ਦਾ ਸਦਾ ਬੀਜ ਬੀਜਣਾ ਕਰੋ। ਜਦੋਂ ਕੋਈ ਮੰਗ ਮੰਗਣੀ ਹੈ ਭਾਈ, ਇੱਕ ਆਪਣੇ ਮਾਲਕ ਨੂੰ ਜਾਣ ਕੇ ਉਹਦੇ ਤੇ ਭਰੋਸਾ ਕਰਕੇ ਉਹਦੇ ਕੋਲੋਂ ਮੰਗ ਮੰਗੋ। ਇਸ ਕਰਕੇ ਇੱਕ ਦੇ ਨਾਲ ਜੁੜਨਾ ਕਰੋ, ਜਿਹਦੇ ਵਰਗਾ ਹੋਰ ਕੋਈ ਨਹੀਂ ਸਮਝਿਆ ਜਾਂਦਾ। ਇਸ ਕਰਕੇ ਜਿਨ੍ਹਾਂ ਨੂੰ ਪ੍ਰਤੀਤ ਆ ਗਈ ਮੇਰੇ ਮਾਲਕ ਵਰਗਾ ਹੋਰ ਕੋਈ ਨਹੀਂ, ਉਹ ਫਿਰ ਥਾਂ ਥਾਂ ਤੇ ਜਾ ਕੇ ਮੰਗ ਨਹੀਂ ਮੰਗਦਾ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਆਪਣਾ ਮਾਲਕ ਪਿਤਾ ਵੱਡੀ ਤਾਕਤ ਵਾਲਾ ਹੈ, ਉਹ ਬਗਾਨਿਆਂ ਦੇ ਅੱਗੇ ਜਾ ਕੇ ਹੱਥ ਜੋੜ ਕੇ ਕੁਝ ਮੰਗਦਾ ਨਹੀਂ। ਉਹ ਕਹਿੰਦਾ ਮੇਰਾ ਬਾਬਲ ਮੇਰਾ ਵੱਡ ਸਮਰੱਥਾ, ਕਰਨ ਕਾਰਨ ਪ੍ਰਭ ਹਾਰਾ। ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇਹ ਕਦੋਂ ਕਿਰਪਾ ਹੁੰਦੀ ਹੈ?
ਗੁਰੂ ਕੀ ਸਾਧ ਸੰਗਤ ਜਦੋਂ ਹਰ ਵੇਲੇ ਰਸਨਾ ਤੇ ਪਰਮੇਸ਼ਰ ਦਾ ਨਾਮ, ਉਹਦੀ ਬਾਣੀ ਦਾ ਪ੍ਰੇਮ ਹੋਵੇ, ਤੇ ਫਿਰ ਜਿਵੇਂ ਮਹਾਂਪੁਰਖਾਂ ਦਾ ਕਹਿਣਾ ਹੈ, ਭਾਈ ਮਨੀ ਸਿੰਘ ਜੀ ਦੀ ਸੰਪਰਦਾ ਵਿੱਚੋਂ ਮਹਾਂਪੁਰਖ ਹੋਏ ਹਨ, ਜਿਨ੍ਹਾਂ ਜਦੋਂ ਵੀ ਸੁਖਮਨੀ ਸਾਹਿਬ ਦੀ ਵਿਚਾਰ ਚੱਲਦੇ ਸੀ ਤੇ ਉਹ ਨਾਲ ਇਹ ਜ਼ਰੂਰ ਬਚਨ ਦੱਸਦੇ ਸੀ, ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦੇ ਸੁਣਦਿਆਂ ਦੇ ਕਾਰਜ ਸਿੱਧ, ਸੁਖਮਨੀ ਸੁੱਖਾਂ ਦੀ ਦਾਤੀ, ਸੁਖਮਨੀ ਪੜ੍ਹੀਏ ਦਿਨ ਰਾਤੀ, ਸੁਖਮਨੀ ਜੇ ਕੋਈ ਪੜ੍ਹੇ ਸੁਣਾਵੇ, ਮਨ ਬਾਂਛਤ ਫਲ ਕੋ ਸੋ ਪਾਵੇ, ਸੁਖਮਨੀ ਕਾ ਪਾਠ ਜੋਏ, ਮੁਖ ਤੇ ਜੋ ਬੋਲੇ ਸੋ ਹੋਏ, ਆਨ ਦਿਨ ਸੁਖਮਨੀ ਜੋ ਰਰੈ, ਭਵ ਸਾਗਰ ਤੇ ਸੋ ਨਰ ਤਰੇ। ਇਸ ਪ੍ਰਕਾਰ ਭਾਵ ਉਹਦਾ ਜੋ ਵੀ ਮੁਖ ਤੋਂ ਕਿਹਾ ਹੋਇਆ ਬਚਨ ਪਰਮੇਸ਼ਰ ਮੰਨਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਫਿਰ ਕਿਉਂ ਮੰਨਿਆ ਜਾਂਦਾ ਹੈ ਕਿ ਜਿਹੜਾ ਰੱਬ ਦਾ ਪਿਆਰਾ ਉਹਨੇ ਕਦੀ ਵਿਅਰਥ ਕੋਈ ਗਲਤ ਬਚਨ ਕਰਨਾ ਹੀ ਨਹੀਂ। ਜਦੋਂ ਕਰਨਾ ਹੈ ਕੋਈ ਭਲੇ ਵਾਸਤੇ, ਪਰਉਪਕਾਰ ਵਾਸਤੇ ਬਚਨ ਕਰਨਾ ਹੈ। ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ। ਉਹ ਪੁਰਖਾਂ ਵਿੱਚੋਂ ਮਹਾਂਪੁਰਖ ਮੰਨਿਆ ਜਾਂਦਾ, ਆਪਣੇ ਗੁਰੂ ਦੀ ਸੇਵਾ ਕਰਨ ਵਾਲਾ, ਆਪਣੇ ਗੁਰੂ ਤੇ ਪ੍ਰਤੀਤ ਰੱਖਣ ਵਾਲਾ, ਸਾਰਿਆਂ ਨਾਲ ਪ੍ਰੇਮ ਰੱਖਣ ਵਾਲਾ ਐਸਾ ਜਿਹੜਾ ਜੀਵ ਹੈ। ਕਹਿੰਦੇ ਜੋ ਮੰਗੇ ਸੋਈ ਸੋਈ ਪਾਵੇ, ਸਿਵ ਹਰ ਕੇ ਚਰਨ ਰਸੈਣ। ਆਪਣੇ ਗੁਰੂ ਦੇ, ਆਪਣੇ ਮਾਲਕ ਦੇ ਚਰਨਾਂ ਦੀ ਸੇਵਾ ਕਰ। ਰਸਾਇਣ ਤੋਂ ਭਾਵ ਰਸਾਇਣ ਦਵਾਈ ਨੂੰ ਵੀ ਕਿਹਾ ਜਾਂਦਾ ਹੈ, ਰਸਾਇਣ ਵਿਗਿਆਨ ਨੂੰ ਵੀ ਕਿਹਾ ਜਾਂਦਾ ਹੈ, ਪਰ ਇੱਥੇ ਰਸਾਇਣ ਦਾ ਭਾਵ ਰਸਾਂ ਦਾ ਘਰ ਹੈ। ਕਿਉਂਕਿ ਭਾਸ਼ਾ ਬੜੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਉਹ ਮਹਾਰਾਜ ਆਪ ਹੀ ਜਾਣਦੇ ਹਨ, ਜਿਹਦੇ 'ਤੇ ਕਿਰਪਾ ਕਰੇ ਪਤਾ ਲੱਗੇ, ਨਹੀਂ ਸਾਡੇ ਵੱਸ ਦੀ ਗੱਲ ਨਹੀਂ। ਇਸ ਕਰਕੇ ਅੱਖਰ ਭਾਵੇਂ ਗੁਰਮੁਖੀ ਦੇ ਮਹਾਰਾਜ ਨੇ ਕੀਤੇ ਬਖਸ਼ੇ ਹਨ, ਪਰ ਜਿਹੜੀ ਇਹਦੀ ਭਾਵ ਅਰਥ ਵਿਆਖਿਆ ਹੈ ਮਹਾਰਾਜ ਆਪ ਹੀ ਜਾਣਦੇ ਹਨ। ਉਹ ਭਾਸ਼ਾ ਦੇ ਅਨੁਸਾਰ ਜਿਹੋ ਜਿਹਾ ਸ਼ਬਦ ਦਾ ਪ੍ਰਕਰਨ ਹੈ ਉਹ ਜਿਹਾ ਉਹਦਾ ਅਰਥ ਉੱਥੇ ਲੱਗਦਾ। ਕਈ ਵਾਰ ਸੋਚਿਆ ਜਾਂਦਾ ਇਹੋ ਸ਼ਬਦ ਹੋਰ ਕਿਸੇ ਨੇ ਪੜ੍ਹਿਆ, ਉਹਦਾ ਹੋਰ ਅਰਥ ਦੱਸਿਆ, ਇੱਕ ਥਾਂ ਹੋਰ ਆਇਆ। ਉਹ ਗੁਰੂ ਕੀ ਸਾਧ ਸੰਗਤ ਸਭ ਕੁਝ ਸੱਚ ਹੈ, ਪਰ ਸਾਡੀ ਸਮਝ ਉੱਥੋਂ ਤੱਕ ਨਹੀਂ। ਉਹ ਪ੍ਰਕਰਨ ਅਨੁਸਾਰ ਜਿਹੋ ਜਿਹਾ ਪ੍ਰਕਰਨ ਚੱਲਦਾ ਹੈ ਉਸੇ ਭਾਸ਼ਾ ਅਨੁਸਾਰ ਉਹਦਾ ਅਰਥ ਬਣਨਾ ਹੈ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਰਸਾਂ ਦਾ ਘਰ ਪਰਮੇਸ਼ਰ ਹੈ ਭਾਈ, ਉਹਦੇ ਨਾਲ ਸਦਾ ਮਿਲਾਪ ਬਣਿਆ ਰਹੇਗਾ। ਤੇ ਜਿਹਦੇ ਕੋਲ ਮਾਲਕ ਦਾ ਪ੍ਰੇਮ ਆ ਗਿਆ, ਮਾਲਕ ਆਪ ਆ ਕੇ ਜਿਹਨੇ ਵਾਸਾ ਕਰ ਲਿਆ, ਉਹਦੇ ਮਗਰ ਕੁਝ ਰਹਿ ਨਹੀਂ ਜਾਂਦਾ। ਸਾਨੂੰ ਕਿਉਂ ਘਾਟਾਂ ਕਮੀਆਂ ਪੈਂਦੀਆਂ ਹਨ? ਅਸੀਂ ਇਹ ਕਹਿੰਦੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ ਦਾਤ ਨਾਲ ਮੋਹ ਪਾਉਂਦੇ ਹਾਂ, ਪਰ ਜਿਹੜਾ ਸਭ ਕੁਝ ਬਖਸ਼ਣ ਵਾਲਾ ਹੈ ਉਹਦੇ ਨਾਲ ਕੋਈ ਵਿਰਲਾ ਹੀ ਜੁੜਦਾ ਹੈ। ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਸਭ ਕੁਝ ਬਖਸ਼ਣ ਵਾਲਾ ਹੈ ਭਾਈ, ਉਹਨੂੰ ਮੰਗ ਲਈਏ। ਮਹਾਰਾਜ ਤੂੰ ਸਾਡੇ ਨਾਲ ਸਦਾ ਹੀ ਮਿਲਿਆ ਰਹੋ, ਤੇਰੇ ਤੋਂ ਅਸੀਂ ਦੂਰ ਨਾ ਹੋਈਏ, ਫਿਰ ਕਿਸੇ ਗੱਲ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਜਿੱਥੇ ਸੂਰਜ ਹੈ ਉੱਥੇ ਸਦਾ ਹੀ ਪ੍ਰਕਾਸ਼ ਹੈ, ਸਦਾ ਹੀ ਚਾਨਣ, ਕਦੇ ਹਨੇਰਾ ਨਹੀਂ ਹੁੰਦਾ। ਜਿਹੜਾ ਸਭ ਤੋਂ ਵੱਡਾ ਚੱਕਰ ਹੈ ਜੀਵ ਨੂੰ 84 ਦਾ ਬਣਿਆ ਹੋਇਆ, ਜੰਮਣ ਤੇ ਮਰਨ ਦਾ। ਜੰਮਣ ਮਰਨ ਵੱਡਾ ਵਿਛੋੜਾ, ਇਹ ਵਿਛੋੜਾ ਸਹਿਆ ਨਾ ਜਾਏ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਇਹ ਗੁਰੂ ਦੀ ਏਡੀ ਵੱਡੀ ਪਰਉਪਕਾਰੀ ਹੈ। ਹੁਣੇ ਆਪ ਜੀ ਨੇ ਸਰਵਣ ਕੀਤਾ, ਭੋਗ ਤੋਂ ਪਹਿਲਾਂ ਵਚਨ ਆਏ ਹਨ ਸਵਈਆਂ ਵਿੱਚ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਹੜਾ ਸੁਤੇ ਸਿੱਧ ਕੋਈ ਬੱਧੋ ਰੱਦੀ, ਕੋਈ ਮਜਬੂਰੀ ਨਾ ਹੋਵੇ, ਕਿਸੇ ਨੇ ਬਦੋ ਬਦੀ ਨਾ ਉਹਨੂੰ ਲਿਆਂਦਾ ਹੋਵੇ, ਅੰਦਰੋਂ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਗੁਰੂ ਦੇ ਦਰਸ਼ਨ ਕਰਦਾ ਹੈ, ਅੰਦਰ ਸੱਚਾ ਨਿਉ ਲਾਇਆ ਪ੍ਰੀਤਮੇ ਆਪਣੇ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਆਪਣੇ ਗੁਰੂ ਨੂੰ ਵੇਖ ਕੇ ਜੀ ਪ੍ਰਸੰਨ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਉਹਦਾ ਜੰਮਣ ਮਰਨ ਕੱਟ ਦਿੰਦੇ ਜਿਹੜਾ ਗੁਰੂ ਕੀ ਸੰਗਤ ਵਿੱਚ ਹੀ ਆ ਜਾਵੇ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਗੁਰਬਾਣੀ ਦਾ ਫੈਸਲਾ ਹੈ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਏਡੀ ਵੱਡੀ ਕਿਰਪਾ ਦੱਸੀ ਜਾਂਦੀ ਇਤਿਹਾਸ ਦੇ ਮੁਤਾਬਕ ਕਿ ਕਹਿੰਦੇ ਜਦੋਂ ਵੀ ਸੰਗਤ ਵਿੱਚ ਆ ਕੇ ਪਹਿਲਾਂ ਸਤਿਗੁਰੂ ਦਰਸ਼ਨ ਦਿੰਦੇ ਤੇ ਜਿਹਦੇ ਉੱਪਰ ਪਹਿਲਾਂ ਦ੍ਰਿਸ਼ਟੀ ਪੈ ਜਾਂਦੀ, ਭਾਵੇਂ ਨੂੰ ਕਿੰਨਾ ਵੀ ਜਨਮਾਂ ਦਾ ਰੋਗ ਲੱਗਾ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਜਿਵੇਂ ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਉਹਨੂੰ ਕੋਈ ਰੋਗ ਨਹੀਂ ਸੀ ਰਹਿ ਜਾਂਦਾ, ਲੋਕ ਪਰਲੋਕ ਦੇ ਸਾਰੇ ਸੁੱਖ ਬਖਸ਼ ਦਿੰਦੇ ਸਨ। ਇਸ ਕਰਕੇ ਮਹਾਰਾਜ ਏਡੇ ਵੱਡੇ ਪਰਉਪਕਾਰੀ ਹਨ। ਸਤਿਗੁਰੂ ਜੀ ਕਹਿੰਦੇ ਹਨ ਇਹਨਾਂ ਦੋਹਾਂ ਦੁੱਖਾਂ ਤੋਂ ਜੰਮਣ ਤੇ ਮਰਨ ਦਾ ਵੱਡਾ ਦੁੱਖ ਹੈ। ਕਈਆਂ ਨੇ 80,000, ਕਈਆਂ ਨੇ 1 ਲੱਖ ਵਿਛੂ ਦੱਸਿਆ ਹੈ।
ਕਿਸੇ ਨੂੰ 1 ਲੱਖ ਵਿਛੂ ਲੜੇ ਤੇ ਕਿੰਨੀ ਪੀੜ ਹੁੰਦੀ, ਕਿੰਨਾ ਦੁੱਖ ਹੁੰਦਾ ਹੈ। ਇੰਨਾ ਹੀ ਜੰਮਣ ਵੇਲੇ ਜੀਵ ਨੂੰ ਦੁੱਖ ਹੁੰਦਾ ਤੇ ਇੰਨਾ ਹੀ ਮਰਨ ਵੇਲੇ। ਨਾ ਜੰਮਣ ਵੇਲੇ ਜੀਵ ਦੱਸ ਸਕਦਾ ਹੈ ਤੇ ਨਾ ਮਰਨ ਵੇਲੇ ਦੱਸਦਾ ਮੈਨੂੰ ਕੀ ਹੋ ਰਿਹਾ ਹੈ। ਲਾਗੇ ਸਾਰੇ ਬੈਠੇ ਹੁੰਦੇ ਹਨ। ਇਹਦੋਂ ਵੱਧ ਕਰਮਾਂ ਅਨੁਸਾਰ ਪਤਾ ਨਹੀਂ ਹੋਰ ਕਿੰਨਾ ਹੋਰ ਦੁੱਖ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਇਹਨਾਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਪਰਮੇਸ਼ਰ ਦੀ ਕਿਰਪਾ ਨਾਲ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮਹਾਰਾਜ ਆਪ ਕਿਰਪਾ ਕਰ ਦਿੰਦੇ ਹਨ। ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਈ ਜਦੋਂ ਕਿਸੇ ਪਾਸੇ ਤੁਰ ਪਈਏ ਅਸੀਂ ਆਮ ਕਰਕੇ ਢੇਰੀ ਢਾ ਦਿੰਦੇ, ਸਾਡੇ ਵੱਸ ਦੀ ਗੱਲ ਨਹੀਂ। ਕਿਸੇ ਨੂੰ ਕਹੀਏ ਭਾਈ ਕਿੰਨਾ ਨਾਮ ਜਪਦਾ ਹੈ, ਕਿੰਨਾ ਤੋਂ ਪਾਠ ਕਰਦਾ ਹੈ, ਉਹ ਕਹਿੰਦਾ ਮੇਰੇ ਕੋਲ ਪਾਠ ਨਹੀਂ ਹੁੰਦਾ। ਗੁਰੂ ਕੀ ਸਾਧ ਸੰਗਤ ਇਤਿਹਾਸ ਦੀ ਗਵਾਹੀ ਹੈ। ਬਾਬਾ ਫੂਲਾ ਸਿੰਘ ਜੀ ਅਕਾਲੀ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਬਚਨ ਕਰਕੇ ਪੁੱਛਿਆ, ਮਹਾਰਾਜਾ ਆਪ ਬਾਣੀ ਕਿੰਨੀ ਪੜ੍ਹਦੇ ਹੋ? ਅਤੇ ਮਹਾਰਾਜੇ ਦੇ ਵਿੱਚ ਨਿਮਰਤਾ ਬੜੀ ਸੀ। ਉਹਨਾਂ ਅੱਗੋਂ ਬੇਨਤੀ ਕੀਤੀ, ਜਥੇਦਾਰ ਜੀ ਮੈਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ। ਉਹਨਾਂ ਆਖਿਆ ਤੇਰੇ ਕੋਲ ਤੋਪਾਂ ਕਿੰਨੀਆਂ ਹਨ ਫੌਜ ਵਿੱਚ? ਉਸ ਵੇਲੇ ਦੱਸ ਦਿੱਤੀਆਂ। ਘੋੜੇ ਕਿੰਨੇ ਹਨ, ਹੋਰ ਸਭ ਕਿੰਨੀ ਫੌਜ ਹੈ, ਸਾਰੀ ਗਿਣਤੀ ਅੱਡੋ ਅੱਡ ਦੱਸ ਦਿੱਤੀ। ਕਹਿੰਦੇ ਉਹ ਕਿਵੇਂ ਚੇਤਾ ਹੈ, ਉਹਦੇ ਵੱਲੇ ਤੇਰਾ ਧਿਆਨ ਹੈ। ਅਤੇ ਜਦੋਂ ਬਾਣੀ ਵੱਲੇ ਚੇਤਾ ਆਉਂਦਾ ਹੈ ਅਤੇ ਅਸੀਂ ਢੇਰੀ ਕਰ ਦਿੰਦੇ ਆਪਣੇ ਮਨ ਨੂੰ ਕਿ ਸਾਡੇ ਕੋਲ ਕੰਮ ਨਹੀਂ ਹੁੰਦਾ। ਇਹ ਪਤਾ ਨਹੀਂ ਵਿਹਲੇ ਲੋਕਾਂ ਦਾ ਕੰਮ ਹੈ। ਕਹਿੰਦੇ ਇਸ ਕਰਕੇ ਭਾਈ ਅਨਪੜ੍ਹ ਲੋਕ ਵੀ ਜਿਹੜੇ ਹਨ, ਜੇ ਰੋਜ਼ ਦੀ ਇੱਕ ਇੱਕ ਪੌੜੀ ਯਾਦ ਕਰੀਏ ਅਤੇ 40 ਦਿਨਾਂ ਵਿੱਚ ਜਪਜੀ ਸਾਹਿਬ ਜਿਹੜਾ ਹੈ ਜ਼ਬਾਨੀ, ਉਹ ਮਹਾਰਾਜ ਕਿਰਪਾ ਕਰ ਦਿੰਦੇ ਹਨ, ਯਾਦ ਹੋ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਐਸੇ ਪਰਮੇਸ਼ਰ ਦੀ ਜਿਹੜੀ ਕਿਰਪਾ ਜਦੋਂ ਹੁੰਦੀ ਹੈ, ਫਿਰ ਆਪ ਜੀ ਦੁਬਾਰਾ ਸਰਵਣ ਕਰੋ ਕਿਵੇਂ ਮਿਹਰ ਕਰਦੇ ਹਨ। ਅਵਨਾਸੀ ਕਿਹੜਾ ਹੈ? ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਭਾਈ ਜਦੋਂ ਮਨ ਬਣ ਜਾਵੇ ਕਿ ਮੈਂ ਪਰਮੇਸ਼ਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਵਾਂ, ਅਰਦਾਸ ਬੇਨਤੀ ਕਰੀਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੈ ਲਿਹੋ ਬਾਰ। ਅਸੀਂ ਇਹ ਮੰਗ ਹੀ ਘੱਟ ਕਰਦੇ ਹਾਂ, ਹੋਰ ਮੰਗਾਂ ਮੰਗਦੇ ਹਾਂ। ਕੋਈ ਬੈਂਕ ਵਿੱਚੋਂ ਪੈਸੇ ਕਢਾਉਣੇ ਹੁਣ ਫਾਰਮ ਭਰਨੇ ਪੈਂਦੇ ਹਨ, ਪਰ ਕਦੇ ਇਹ ਉਹਦੇ ਅੱਗੇ ਫਾਰਮ ਨਹੀਂ ਭਰਦੇ। ਮਹਾਰਾਜ ਸਦਾ ਹੀ ਤੇਰਾ ਨਾਮ ਸਾਨੂੰ ਚੇਤੇ ਆਵੇ, ਤੇਰੀ ਬਾਣੀ ਪੜ੍ਹਨੀ ਸਾਨੂੰ ਆ ਜਾਵੇ, ਸਾਨੂੰ ਬਾਣੀ ਕੰਠ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਜੀਵ ਮੰਗ ਕਰੇਗਾ ਅਤੇ ਪਰਮੇਸ਼ਰ ਬਖਸ਼ ਦਿੰਦਾ ਹੈ, ਜਦੋਂ ਮਨ ਕਰਕੇ ਉਹਦੇ ਕੋਲੋਂ ਮੰਗੀਏ। ਇਹਦੇ ਨਾਲ ਕਾਰੋਬਾਰ ਵੀ ਆਪੇ ਰਾਸ ਆ ਜਾਂਦੇ ਹਨ, ਦੁੱਖ ਦਲਿੱਦਰ ਵੀ ਦੂਰ ਹੋ ਜਾਂਦੇ ਹਨ, ਬਰਕਤਾਂ ਵੀ ਆ ਜਾਂਦੀਆਂ, ਸ਼ਾਂਤੀ ਵੀ ਘਰ ਵਿੱਚ ਆ ਜਾਂਦੀ ਹੈ। ਕਦੋਂ? ਜਦੋਂ ਅੰਦਰ ਨਾਮ ਵਸ ਗਿਆ ਅਤੇ ਨਾਮ ਦੀ ਬਰਕਤ। ਸਤਿਗੁਰਾਂ ਕਿਹਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਹਰ ਇੱਕ ਦਾ ਭਲਾ ਮੰਗਦਾ ਅਤੇ ਵਿੱਚ ਆਪਣਾ ਵੀ ਹੋ ਜਾਂਦਾ। ਜਦੋਂ ਸਾਰਿਆਂ ਦਾ ਭਲਾ ਹੋ ਗਿਆ, ਕਿਸੇ ਦਾ ਬੁਰਾ ਸੋਚਣ ਦੀ ਲੋੜ ਹੀ ਨਹੀਂ। ਫਿਰ ਇਹ ਜਦੋਂ ਰਸਤਾ ਲੱਭਾ, ਹੌਲੀ ਹੌਲੀ ਇਹ ਖਬਰ ਮਿਲੀ ਕਿ ਭਾਈ ਗੁਰਮੁਖਾਂ ਦੀ ਜਿਹੜੀ ਮਰਜ਼ਾਦਾ ਹੈ ਉਸ ਪ੍ਰਕਾਰ ਚੱਲਣਾ ਕਰੀਏ ਤਾਂ ਰਸਤਾ ਜਿਹੜਾ ਲੱਭ ਕੇ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ। ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰੈਣ। ਫਿਰ ਸਤਿਗੁਰੂ ਜੀ ਕਹਿੰਦੇ ਕਿ ਇਹ ਜਿਹੜਾ ਸੇਵਕ ਹੈ, ਆਪਣਾ ਜਿਹੜਾ ਤਨ ਮਨ ਧਨ ਜੋ ਵੀ ਕੁਝ ਹੈ, ਇਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਹੈ ਪ੍ਰਾਣਾਂ ਦੀ। ਇਹ ਪ੍ਰਾਣ ਵੀ ਉਹਦੇ ਅੱਗੇ ਅਰਪਣ ਕਰ ਦਿੰਦਾ, ਕਿਉਂਕਿ ਜਿਉ ਪਿੰਡ ਸਭ ਤੇਰੀ ਰਾਸ। ਇਹ ਜਿਹੜਾ ਸਰੀਰ ਹੈ, ਪ੍ਰਾਣ ਹਨ ਮਹਾਰਾਜ ਤੇਰੀ ਦਿੱਤੀ ਹੋਈ ਦਾਤ ਹੈ, ਇਹ ਵੀ ਸਾਡਾ ਕੁਝ ਨਹੀਂ। ਜੋ ਬੋਲਦਾ ਹੈ ਇਹ ਵੀ ਮੈਂ ਨਹੀਂ, ਤੂੰ ਹੀ ਬੋਲ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਫਿਰ ਉਹ ਮੰਜ਼ਲ ਉਹ ਮਰਜ਼ਾਦਾ ਪ੍ਰਾਪਤ ਹੋ ਜਾਂਦੀ ਹੈ। ਗੁਰੂ ਕੀ ਸਾਧ ਸੰਗਤ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇੱਥੇ ਇਸ ਸ਼ਬਦ ਦੀ ਸੰਪੂਰਨਤਾ ਕਰਦੇ ਹਨ ਅਤੇ ਵਿਚਾਰ ਦੀ ਵਿਸਰਾਮਤਾ ਹੋ ਰਹੀ ਹੈ। ਮਹਾਰਾਜ ਜੀ ਕਥਨ ਕਰਦੇ ਹਨ
ਕਿ ਗੁਰੂ ਕੀ ਸਾਧ ਸੰਗਤ ਜੇ ਨਾਸ ਤੋਂ ਰਹਿਤ ਜਿਹੜਾ ਪਰਮੇਸ਼ਰ ਅਵਿਨਾਸੀ ਉਹਨੂੰ ਕਿਹਾ ਜਿੰਦਾ ਕਦੀ ਨਾਸ ਨਹੀਂ ਹੁੰਦਾ, ਉਹ ਸਦਾ ਹੀ ਨਿਤ ਨਵਾਂ ਨਰੋਆ ਹੈ। ਇਸ ਕਰਕੇ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਕਦੇ ਪੁਰਾਣਾ ਨਹੀਂ ਹੁੰਦਾ, ਕਿਉਂਕਿ ਜਿਹੜਾ ਸੱਚ ਹੈ ਉਹ ਕਦੇ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਕਈ ਲੋਕ ਕਹਿ ਦਿੰਦੇ ਜੀ ਇਹ ਪੁਰਾਣੀ ਮਰਜ਼ਾਦਾ, ਆ ਫਲਾਣੀ ਪੁਰਾਣੀ ਮਰਜ਼ਾਦਾ, ਪੁਰਾਣੀ ਗੱਲ ਹੈ। ਪਰ ਗੁਰੂ ਕੀ ਜਿਹੜੀ ਸਿੱਖਿਆ ਹੈ, ਗੁਰੂ ਕੀ ਮਰਜ਼ਾਦਾ ਪਾਈ, ਉਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਸਦਾ ਰਹਿਣ ਵਾਲੀ ਹੈ। ਅਫਸੋਸ ਸਾਨੂੰ ਹੈ ਕਿ ਵੱਖ-ਵੱਖ ਤਰ੍ਹਾਂ ਸੋਚਣ ਕਰਕੇ ਅਸੀਂ ਜਿੱਥੇ ਨਾਨਕ ਦਾ ਨਾਮ ਆਉਂਦਾ ਤੇ ਇਹ ਨਾਲ ਸਾਨੂੰ ਸਿੱਖਿਆ ਮਿਲਦੀ, ਉਹ ਬਚਨ ਵਿੱਚੋਂ ਕੱਢ ਦਿੰਦੇ ਹਾਂ, ਕਿਉਂਕਿ ਉਹ ਕਾਰਨ ਹੋਰ ਹੈ ਜਿੱਥੇ ਗੁਰਪ੍ਰਸਾਦ ਤੱਕ ਮੰਗਲਾਚਰਨ ਆਉਂਦਾ ਹੈ। ਪਰ ਜਿੱਥੇ ਮੂਲ ਮੰਤਰ ਦੀ ਗੱਲ ਆਉਂਦੀ ਹੈ, ਪ੍ਰਾਤਨ ਮਰਜ਼ਾਦਾ ਜਿੰਨੀ ਵੀ ਵਿਚਾਰ ਕੇ ਵੇਖੀਏ, ਤੇ ਜਿਹਨੇ ਮੂਲ ਮੰਤਰ ਬਣਾਇਆ ਉਹਦਾ ਨਾਂ ਹੀ ਵਿੱਚੋਂ ਕੱਢ ਦਿੱਤਾ, ਬਾਕੀ ਕੀ ਰਹਿ ਗਿਆ? ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਜਿਹੜਾ ਬਚਨ ਹੈ ਭਾਈ ਸਦਾ ਹੀ ਰਹਿਣ ਵਾਲਾ ਹੈ, ਸਦਾ ਹੀ ਉਹਨਾਂ ਦੀ ਸਿੱਖਿਆ ਨਾਲ ਚੱਲਦੀ, ਜਿਹੜਾ ਉਹਦੇ ਨਾਲ ਪ੍ਰੇਮ ਕਰਦਾ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਉਹਦੀ ਜਿਹੜੀ ਖੇਮ ਕਹਿੰਦੇ ਕੁਸ਼ਲ ਰੱਖਿਆ, ਉਹਦੀ ਹਰ ਥਾਂ ਤੇ ਸਾਂਭ ਸੰਭਾਲ ਜਿਹੜੀ ਪਰਮੇਸ਼ਰ ਆਪ ਕਰਦਾ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਕਹਿੰਦੇ ਉਹ ਨਾਲ ਪਰਮੇਸ਼ਰ ਜਿਵੇਂ ਕੋਈ ਬੱਚੇ ਦੇ ਨਾਲ ਦੌੜਦਾ ਹੈ, ਕਿਤੇ ਗਲਤੀ ਨਾ ਕਰ ਲਵੇ, ਮਾੜੇ ਰਸਤੇ ਨਾ ਡਿੱਗ ਪਵੇ, ਕਿਤੇ ਉਹ ਧੋਖਾ ਨਾ ਖਾ ਲਵੇ। ਛੋਟੇ ਬੱਚੇ ਨੂੰ ਮਾਂ ਪਿਓ ਸੰਭਾਲਦਾ ਹੈ ਤੇ ਪਰਮੇਸ਼ਰ ਆਪਣੇ ਸੇਵਕਾਂ ਦੇ ਅੰਗ ਸੰਗ ਸਹਾਇਤਾ ਕਰਦਾ। ਗੁਰੂ ਰੂਪ ਹੋ ਕੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਇਹ ਕਦੋਂ ਕਿਰਪਾ ਹੁੰਦੀ ਹੈ? ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਦੋਂ ਆਪਣਾ ਮਨ ਛੱਡ ਦਿੱਤਾ, ਮਨ ਵਿੱਚ ਇਹ ਸੋਚਣਾ ਜੋ ਗੁਰੂ ਕਹਿੰਦਾ ਉਹ ਮੰਨਣਾ, ਜੋ ਗੁਰੂ ਨੇ ਰੋਕਿਆ ਉਹ ਕੰਮ ਨਹੀਂ ਕਰਨਾ। ਸੋਈ ਕਰਾਵੇ ਜੋ ਤੁਧ ਭਾਵੇ, ਮੋਹੇ ਸਿਆਣਪ ਕਛੂ ਨਾ ਆਵੇ। ਫਿਰ ਹਰ ਥਾਂ ਤੇ ਉਹਨੂੰ ਸਾਂਭ ਸੰਭਾਲ ਕਰਨੀ ਪੈਂਦੀ ਆਪਣੇ ਸੇਵਕ ਦੀ, ਭਾਵੇਂ ਪਹਿਰੇਦਾਰ ਬਣ ਕੇ ਆਵੇ, ਭਾਵੇਂ ਕਿਸੇ ਤਰ੍ਹਾਂ ਆਵੇ, ਹਰ ਥਾਂ ਤੇ ਆਪਣੇ ਸੇਵਕ ਨੂੰ ਥਾਂ ਥਾਂ ਤੇ ਉਹ ਬਚਾ ਕੇ ਰੱਖਦਾ ਹੈ। ਗੁਰੂ ਕੀ ਸਾਧ ਸੰਗਤ ਇਸ ਕਰਕੇ ਮਹਾਰਾਜ ਕਹਿੰਦੇ ਜੇ ਸਦਾ ਸੁਖ ਚਾਹੁੰਦੇ ਹੋ, ਰੱਖਿਆ ਚਾਹੁੰਦੇ ਹੋ, ਤੇ ਉਹ ਨਾਰਾਇਣ ਜਿਹੜਾ ਸਾਰਿਆਂ ਨਰਾਂ ਦੇ ਵਿੱਚ, ਸਾਰਿਆਂ ਜੀਵਾਂ ਦੇ ਵਿੱਚ ਸਦਾ ਹੀ ਵੱਸਦਾ ਹੈ ਉਹ ਸਾਰਿਆਂ ਵਿੱਚ ਹੈ। ਤੇ ਜਿੱਥੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਕੀ ਆਗਿਆ ਮੰਨਣ ਵਾਲੇ ਜੀਵ, ਉਹਨਾਂ ਦੇ ਅੰਦਰ ਉਹ ਪ੍ਰਗਟ ਹੋ ਜਾਂਦਾ ਹੈ, ਬਾਕੀ ਗੁਪਤ ਰਹਿ ਜਾਂਦਾ ਹੈ। ਸਾਰਿਆਂ ਵਿੱਚ ਉਹਦੀ ਜੋਤ ਹੈ, ਕਿਉਂਕਿ ਜੋਤ ਖਿੰਚੇ ਢਹਿ ਢੇਰੀ ਹੋਏ। ਜਦੋਂ ਉਹਦੀ ਸ਼ਕਤੀ ਬਾਹਰ ਨਿਕਲ ਜਾਵੇ, ਮੁੜ ਕੇ ਸੁੰਨੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਇਸ ਕਰਕੇ ਸਿਆਣੇ ਕਹਿੰਦੇ ਚਲਦੀ ਦਾ ਨਾਂ ਗੱਡੀ ਹੈ। ਭਾਈ ਜਿੰਨਾ ਚਿਰ ਕਾਇਆ ਚੱਲਦੀ ਹੈ, ਯਤਨ ਕੀਤਾ ਜਾਵੇ, ਪਤਾ ਨਹੀਂ ਸਮਾਂ ਆਉਣ ਵਾਲਾ ਕਿੰਨਾ ਹੈ, ਕਿਵੇਂ ਹੈ। ਇਹ ਸਮਾਂ ਉਹੀ ਚੰਗਾ ਹੈ ਜਿਹੜਾ ਉਹਦੇ ਨਾਲ ਜੁੜ ਜਾਈਏ। ਸਾਈ ਘੜੀ ਸੁਲੱਖਣੀ ਜੋ ਸੈ ਨਾਲ ਵਿਹਾਵੇ। ਇਸ ਪ੍ਰਕਾਰ ਮਹਾਰਾਜ ਅੱਗੇ ਬੇਨਤੀ ਕਰੀਏ, ਮਹਾਰਾਜ ਅਸੀਂ ਸਦਾ ਭੁੱਲਣਹਾਰ ਹਾਂ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬੌੜ ਪਿਤਾ ਗਲ ਲਾਵੇ। ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਤੇ ਮਹਾਰਾਜ ਜ਼ਰੂਰ ਕਿਰਪਾ ਕਰ ਦਿੰਦੇ ਹਨ। ਉਹਦੇ ਅੱਗੇ ਮੰਗ ਮੰਗੀਏ, ਮਹਾਰਾਜ ਕਿਰਪਾ ਕਰ ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਵੇਖੋ ਨਦੀ ਜਾ ਤਰਨੀ। ਗੁਰੂ ਪਿਆਰੀ ਸਾਧ ਸੰਗਤ ਇਹਦੇ ਨਾਲ ਹੀ ਨਿਮਾਣਾ ਨਤਾਣਾ ਅਣਜਾਣ ਮੂਰਖ ਜੀਵ ਆਪ ਜੀ ਤੋਂ ਖਿਮਾ ਦਾ ਜਾਚਕ ਹੈ। ਇੰਨੇ ਸਮੇਂ 'ਚ ਇਹਨਾਂ ਕੁਝ ਕਹਿੰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਸਤਿਗੁਰੂ ਬਖਸ਼ਣ ਜੋਗ ਹੋ, ਔਗਣਾਂ ਨੂੰ ਨਾ ਚਿਤਾਰਨਾ। ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਹਿ ਸਿਉ ਮੇਲ। ਸਤਿਗੁਰੂ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ। ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਵੇ। ਸੇਵਕਾਂ ਦੇ ਸਤਿਗੁਰੂ ਜੀ ਸ਼ੁਭ ਕਾਰਜ ਰਾਸ ਕਰਨ। ਗੁਰੂ ਪਿਆਰੀ ਸਾਧ ਸੰਗਤ ਇੱਥੇ ਹੀ ਕਿਰਪਾ ਕਰਨੀ। ਇੰਨਾ ਕੁਝ ਕਹਿੰਦਿਆਂ ਹੋਇਆਂ ਆਪ ਤੋਂ ਦੁਬਾਰਾ ਖਿਮਾ ਦਾ ਦਾਸ ਜਾਚਕ ਹੈ। ਤੇ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣੀ ਉਪਰੰਤ ਸੇਵਕ ਪਰਿਵਾਰ ਵੱਲੋਂ ਜਥਾ ਸ਼ਕਤ ਗੁਰੂ ਕਾ ਜੋ ਲੰਗਰ ਤਿਆਰ ਕੀਤਾ ਗਿਆ ਹੈ, ਪ੍ਰਸ਼ਾਦ ਦੇਗ ਪ੍ਰਾਪਤ ਕਰਕੇ ਉਪਰੰਤ ਲੰਗਰ ਵਿੱਚ ਹਾਜ਼ਰੀਆਂ ਲਾਉਣੀਆਂ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ